ਹਫ਼ਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਲੈ ਕੇ ਮੈਂ ਵਰੁਣ ਕੌਰ ਮਾਨ ਹਾਜ਼ਰ। ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਦੀ ਖਾਸ ਪੇਸ਼ਕਸ਼ ਵੀਕਲੀ ਇਮੀਗ੍ਰੇਸ਼ਨ ਅਪਡੇਟ। ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਖਾਸ ਖਬਰ, ਵੀਜ਼ੇ ਲਈ ਕਰਨਾ ਪੈ ਸਕਦਾ ਹੈ 500 ਦਿਨਾਂ ਦਾ ਇੰਤਜ਼ਾਰ। ਅਮਰੀਕਾ ਦੇ ਬਾਰਡਰ ਏਜੰਟਸ ਨੇ ਗ੍ਰਿਫਤਾਰ ਕੀਤੇ 18 ਲੱਖ ਪ੍ਰਵਾਸੀ। ਕੈਨੇਡਾ ਦੇ 4 ਹੋਰ ਸ਼ਹਿਰਾਂ ਵਿੱਚ ਖੁੱਲਣਗੇ ਨਵੇਂ ਪਾਸਪੋਰਟ ਦਫ਼ਤਰ। ਕੈਨੇਡਾ, ਆਸਟ੍ਰੇਲੀਆ ਸਣੇ ਵੱਡੇ ਦੇਸ਼ਾਂ ਵਿੱਚ ਰੱਦ ਹੋ ਰਹੇ ਭਾਰਤੀਆਂ ਦੇ ਵੀਜ਼ੇ। ਕੈਨੇਡਾ ਵੱਲੋਂ ਵੀਜ਼ੇ ਰੱਦ ਕਰਨ ਦੀ ਦਰ ਵਿੱਚ ਲਗਾਤਾਰ ਵਾਧਾ, ਪੰਜਾਬੀ ਹੋਏ ਸਭ ਤੋਂ ਵੱਧ ਪ੍ਰਭਾਵਿਤ। ਵੀਜ਼ਿਆਂ ਦੀ ਉਡੀਕ ਦਾ ਸਮਾਂ ਘਟਾਉਣ ਲਈ ਕੰਮ ਕਰ ਰਹੇ ਹਾਂ, ਕੈਨੇਡਾ ਹਾਈ ਕਮਿਸ਼ਨ ਦਾ ਬਿਆਨ। ਦੁਨੀਆ ਦੇ 18 ਦੇਸ਼ਾਂ ਵਿੱਚ ਭਾਰਤੀ ਕਾਮਿਆਂ ਦੀ ਵਧੀ ਮੰਗ, ਵਿਦੇਸ਼ ਮੰਤਰਾਲਾ ਦੇ ਅੰਕੜਿਆਂ ਦੀ ਰਿਪੋਰਟ। ਹਵਾਈ ਯਾਤਰੀਆਂ ਲਈ ਮਾਸਕ ਪਹਿਨਣਾ ਹੋਇਆ ਲਾਜ਼ਮੀ। ਹੁਨਰਮੰਦ ਕਾਮਿਆਂ ਲਈ ਆਸਟ੍ਰੇਲੀਆ ਦੀ PR ਲੈਣੀ ਹੋਵੇਗੀ ਸੌਖੀ, ਕੀਤੇ ਗਏ ਕੁਝ ਬਦਲਾਅ। UK 'ਚ 2022 ਵਿੱਚ 20,000 ਤੋਂ ਵੱਧ ਲੋਕਾਂ ਨੇ ਗੈਰ ਕਾਨੂੰਨੀ ਢੰਗ ਨਾਲ ਕੀਤਾ ਇੰਗਲਿਸ਼ ਚੈਨਲ ਪਾਰ। ਹੀਥਰੋ ਹਵਾਈ ਅੱਡੇ ਤੋਂ ਅਕਤੂਬਰ ਤੱਕ 1 ਲੱਖ ਲੋਕ ਹੀ ਰੋਜ਼ਾਨਾ ਕਰ ਸਕਣਗੇ ਸਫ਼ਰ। ਦਿੱਲੀ ਹਾਈ ਕੋਰਟ ਨੇ ਘਰੇਲੂ ਉਡਾਣਾਂ ਵਿੱਚ ਸਿੱਖਾਂ ਨੂੰ ਕਿਰਪਾਨ ਲੈ ਕੇ ਜਾਣ ਦੀ ਆਗਿਆ ਤੇ ਨਹੀਂ ਲਗਾਈ ਰੋਕ। 31 ਹੋਰ ਅਫਗਾਨ ਹਿੰਦੂਆਂ ਤੇ ਸਿੱਖਾਂ ਨੂੰ ਵੀਜ਼ਾ ਜਾਰੀ। ਭਾਰਤੀ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਕਰਨ ਤੇ ਤੁਲਿਆ ਚੀਨ, 3 ਸਾਲ ਤੋਂ ਨਹੀਂ ਦੇ ਰਿਹਾ ਵਾਪਸੀ ਵੀਜ਼ਾ। UK 'ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਲੈ ਕੇ ਚੀਨ ਨੂੰ ਪਛਾੜ ਸਕਦਾ ਹੈ ਭਾਰਤ। ਫਿਨਲੈਂਡ ਦੀ ਰੂਸ ਖਿਲਾਫ ਕਾਰਵਾਈ, ਰੂਸੀ ਸੈਲਾਨੀਆਂ ਲਈ ਵੀਜ਼ਾ ਨਿਯਮ ਕੀਤੇ ਸਖਤ। ਪਾਕਿਸਤਾਨ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਲਾਗੂ ਕੀਤਾ ਨਵਾਂ ਨਿਯਮ। ਅਮਰੀਕਾ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਇੱਕ ਵੱਡਾ ਝਟਕਾ ਲੱਗਾ ਹੈ, ਕਿਉਂਕਿ ਉਹਨਾਂ ਨੂੰ ਵਿਜ਼ਿਟਰ ਵੀਜ਼ਾ ਮਿਲਣ ਲਈ ਕਾਫੀ ਲੰਬਾ ਇੰਤਜ਼ਾਰ ਕਰਨਾ ਪਏਗਾ। US ਡਿਪਾਰਟਮੈਂਟ ਆਫ ਸਟੇਟ ਟਰੈਵਲ ਦੀ ਵੈਬਸਾਈਟ ਦੇ ਮੁਤਾਬਕ ਨਵੀਂ ਦਿੱਲੀ ਵਿੱਚ ਅਮਰੀਕੀ ਵਣਜ ਦੂਤਘਰ 'ਚ ਵੀਜ਼ਾ ਅਪਾਇੰਟਮੈਂਟਸ ਲਈ ਔਸਤ ਵੇਟਿੰਗ ਸਮਾਂ ਵਿਜ਼ਿਟਰ ਵੀਜ਼ਾ ਲਈ 552 ਦਿਨ ਹੈ। ਉੱਥੇ ਸਟੂਡੈਂਟਸ ਵੀਜ਼ਾ ਦੀ ਗੱਲ ਕਰੀਏ ਤਾਂ ਇਸ ਦਾ ਵੇਟਿੰਗ ਸਮਾਂ 471 ਦਿਨ ਹੈ। ਵੈਬਸਾਈਟ ਮੁਤਾਬਕ ਜੇਕਰ ਸਥਾਨ ਬਦਲ ਕੇ ਬੰਬਈ ਕਰ ਦਿੱਤਾ ਜਾਂਦਾ ਹੈ ਤਾਂ US ਵੀਜ਼ਾ ਅਪਾਇੰਟਮੈਂਟਸ ਦੇ ਲਈ ਔਸਤ ਵੇਟਿੰਗ ਸਮਾਂ ਵਿਜ਼ਿਟਰ ਵੀਜ਼ਾ ਦੇ ਲਈ 517 ਦਿਨ ਹੈ ਅਤੇ ਸਟੂਡੈਂਟ ਵੀਜ਼ਾ ਦੇ ਲਈ 10 ਦਿਨ ਹੈ। ਹੋਰ ਸਾਰੇ ਗੈਰ ਅਪ੍ਰਵਾਸੀ ਵੀਜ਼ਾ ਲਈ ਵੇਟਿੰਗ ਸਮਾਂ ਦਿੱਲੀ ਵਿੱਚ 198 ਦਿਨ ਅਤੇ ਬੰਬਈ ਵਿੱਚ 72 ਦਿਨ ਹੈ। ਹੈਦਰਾਬਾਦ ਵਿੱਚ US ਵੀਜ਼ਾ ਅਪਾਇੰਟਮੈਂਟ ਦੇ ਲਈ ਔਸਤ ਵੇਟਿੰਗ ਸਮਾਂ ਵਿਜ਼ਿਟਰ ਵੀਜ਼ੇ ਲਈ 518 ਦਿਨ ਅਤੇ ਸਟੂਡੈਂਟ ਵੀਜ਼ਾ ਲਈ 479 ਦਿਨ ਹੈ। ਇਸੇ ਤਰ੍ਹਾਂ ਕੋਲਕਾਤਾ ਵਿੱਚ US ਵੀਜ਼ਾ ਅਪਾਇੰਟਮੈਂਟ ਲਈ ਔਸਤ ਵੇਟਿੰਗ ਸਮਾਂ ਵਿਜ਼ਿਟਰ ਵੀਜ਼ਾ ਲਈ 587 ਦਿਨ ਅਤੇ ਸਟੂਡੈਂਟ ਵੀਜ਼ਾ ਲਈ 2 ਦਿਨ ਹੈ। ਉੱਥੇ ਚੇਨਈ ਦੀ ਵੀ ਜੇ ਗੱਲ ਕਰੀਏ ਤਾਂ US ਵੀਜ਼ਾ ਅਪਾਇੰਟਮੈਂਟਸ ਦੇ ਲਈ ਔਸਤ ਵੇਟਿੰਗ ਸਮਾਂ ਵਿਜ਼ਿਟਰ ਵੀਜ਼ਾ ਲਈ 513 ਦਿਨ ਅਤੇ ਸਟੂਡੈਂਟ ਵੀਜ਼ਾ ਲਈ 8 ਦਿਨ ਹੈ। ਅਮਰੀਕਾ ਤੋਂ ਇਲਾਵਾ ਹੋਰ ਦੇਸ਼ ਜਿਵੇਂ ਕਿ UK, ਸ਼ਾਂਗਨ ਸਟੇਟਸ, ਕੈਨੇਡਾ ਆਦਿ ਲਈ ਵੀਜ਼ਾ ਐਪਲੀਕੇਸ਼ਨ ਅਤੇ ਪ੍ਰੋਸੈਸਿੰਗ ਵਿੱਚ ਲੰਬਾ ਸਮਾਂ ਲੱਗ ਰਿਹਾ ਹੈ। ਉੱਥੇ ਲੰਬੇ ਸਮੇਂ ਦੇ ਅਪਾਇੰਟਮੈਂਟਸ ਬਾਰੇ ਅਮਰੀਕੀ ਦੂਤਵਾਸ ਨੇ ਕਿਹਾ ਹੈ ਕਿ ਵਿਦੇਸ਼ੀ ਵਿਭਾਗ ਪ੍ਰਵਾਸੀ ਅਤੇ ਗੈਰ ਪ੍ਰਵਾਸੀ ਦੋਵਾਂ ਯਾਤਰੀਆਂ ਲਈ ਅਮਰੀਕਾ ਦੀ ਕਾਨੂੰਨੀ ਯਾਤਰਾ ਦੀ ਸਹੂਲਤ ਲਈ ਵਚਨਬੱਧ ਹੈ। ਦੂਤਘਰ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕੀ ਸਰਕਾਰ ਨਵੇਂ ਕਰਮਚਾਰੀਆਂ ਨੂੰ ਔਨ ਬੋਰਡਿੰਗ ਅਤੇ ਸਿਖਲਾਈ ਸਮੇਤ ਮਹਾਮਾਰੀ ਦੌਰਾਨ ਘੱਟ ਕੀਤੇ ਗਏ ਕੌਂਸਲਰ ਸਟਾਫਿੰਗ ਗੈਪ ਨੂੰ ਪੂਰਾ ਕਰਕੇ ਵੇਟਿੰਗ ਸਮੇਂ ਅਤੇ ਬੈਕਲੌਗ ਨੂੰ ਘਟਾਉਣ ਲਈ ਕਦਮ ਚੁੱਕ ਰਹੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ COVID-19 ਮਹਾਮਾਰੀ ਦੌਰਾਨ ਲਗਭਗ ਮੁਕੰਮਲ ਬੰਦ ਹੋਣ ਅਤੇ ਸਰੋਤ ਫ੍ਰੀਜ਼ ਹੋਣ ਤੋਂ ਬਾਅਦ ਵੀਜ਼ਾ ਪ੍ਰਕਿਰਿਆ ਮੁੜ ਸ਼ੁਰੂ ਹੋ ਰਹੀ ਹੈ। ਇਸ ਲਈ ਅਮਰੀਕੀ ਸਰਕਾਰ ਕੌਮੀ ਹਿੱਤਾਂ ਤੇ ਦੂਜੀ ਵਾਰ ਜਾਣ ਵਾਲਿਆਂ ਨੂੰ ਪਹਿਲ ਦੇ ਰਹੀ ਹੈ। ਇਸ ਲਈ ਵਿਜ਼ਿਟਰ ਵੀਜ਼ਾ ਲਈ ਅਪਲਾਈ ਕਰਨ ਵਾਲੇ ਕੁਝ ਯਾਤਰੀਆਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋ ਰਹੇ ਪ੍ਰਵਾਸੀਆਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ, ਬਿਲਕੁਲ। ਅਤੇ ਪਿਛਲੇ 10 ਮਹੀਨੇ ਦੌਰਾਨ 18 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਬਾਰਡਰ ਏਜੰਟਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਦੇ ਨਾਲ ਕੇਵਲ ਜੁਲਾਈ 'ਚ 2 ਲੱਖ ਪ੍ਰਵਾਸੀਆਂ ਨੇ ਮੈਕਸੀਕੋ ਦੀ ਸਰਹੱਦ ਅਤੇ ਪੱਛਮ ਵੱਲ ਸਮੁੰਦਰੀ ਇਲਾਕੇ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਦਾ ਯਤਨ ਵੀ ਕੀਤਾ ਹੈ। ਪ੍ਰਵਾਸੀਆਂ ਦੀ ਆਮਦ ਇਸੇ ਰਫ਼ਤਾਰ ਨਾਲ ਜਾਰੀ ਰਹੀ ਤਾਂ 30 ਸਤੰਬਰ ਨੂੰ ਖਤਮ ਹੋ ਰਹੇ ਵਿੱਤੀ ਵਰ੍ਹੇ ਤੱਕ ਹਿਰਾਸਤ ਵਿੱਚ ਲਏ ਪ੍ਰਵਾਸੀਆਂ ਦੀ ਗਿਣਤੀ 20 ਲੱਖ ਤੋਂ ਟੱਪ ਸਕਦੀ ਹੈ। 30 ਸਤੰਬਰ 2021 ਨੂੰ ਖਤਮ ਹੋਏ ਵਿੱਤੀ ਵਰ੍ਹੇ ਦੌਰਾਨ 16,60,000 ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਦਕਿ ਇਸ ਵਾਰ ਅੰਕੜਾ 4 ਲੱਖ ਤੋਂ ਵਧਣ ਦੇ ਅਸਾਰ ਵੀ ਨਜ਼ਰ ਆਉਣ ਲੱਗੇ ਨੇ। ਬਾਰਡਰ ਏਜੰਟਸ ਨੇ ਦੱਸਿਆ ਹੈ ਕਿ ਜ਼ਮੀਨੀ ਰਸਤੇ ਫੜੇ ਜਾਣ ਦੀ ਸੰਭਾਵਨਾ ਵੱਧ ਹੋਣ ਕਾਰਨ ਪ੍ਰਵਾਸੀਆਂ ਨੇ ਕਿਸ਼ਤੀਆਂ 'ਚ ਸਵਾਰ ਹੋ ਕੇ ਪੱਛਮੀ ਕਿਨਾਰਿਆਂ ਤੇ ਪਹੁੰਚਣਾ ਸ਼ੁਰੂ ਕਰ ਦਿੱਤਾ।
ਕੈਨੇਡਾ ਵਿੱਚ ਹਵਾਈ ਅੱਡਿਆਂ ਤੋਂ ਇਲਾਵਾ ਪਾਸਪੋਰਟ ਦਫ਼ਤਰਾਂ 'ਚ ਵੀ ਲੋਕ ਖੱਜਲ ਖੁਆਰ ਹੋ ਰਹੇ ਨੇ। ਜਿੱਥੇ ਦਫ਼ਤਰਾਂ ਅੱਗੇ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਨੇ, ਉੱਥੇ ਅਰਜ਼ੀਆਂ ਦਾ ਬੈਕਲੌਗ ਵਧਣ ਕਾਰਨ ਲੋਕਾਂ ਨੂੰ ਪਾਸਪੋਰਟ ਦੇ ਲਈ ਕਈ ਮਹੀਨੇ ਉਡੀਕ ਕਰਨੀ ਪੈ ਰਹੀ ਹੈ। ਇਸ ਸਭ ਦੇ ਮੱਦੇਨਜ਼ਰ ਰੱਖਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਹੁਣ ਸ਼ਾਇਦ ਵੱਡਾ ਕਦਮ ਚੁੱਕਣ ਜਾ ਰਹੀ ਹੈ। ਬਿਲਕੁਲ, ਸਰਕਾਰ ਦੀ ਯੋਜਨਾ ਹੈ ਕਿ ਦੇਸ਼ ਦੇ 4 ਹੋਰ ਸ਼ਹਿਰਾਂ ਵਿੱਚ ਨਵੇਂ ਪਾਸਪੋਰਟ ਦਫ਼ਤਰ ਖੋਲ੍ਹੇ ਜਾਣ, ਜਿਸ ਨਾਲ ਦਫ਼ਤਰਾਂ ਵਿੱਚ ਉਡੀਕ ਦਾ ਸਮਾਂ ਤੇ ਅਰਜ਼ੀਆਂ ਦਾ ਬੈਕਲੌਗ ਘਟਾਉਣ ਦੀ ਮਦਦ ਮਿਲੇਗੀ। ਕੈਨੇਡਾ, ਆਸਟ੍ਰੇਲੀਆ ਜਿਹੇ ਦੇਸ਼ਾਂ ਵਿੱਚ ਕਰੀਅਰ ਬਣਾਉਣ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਕਈ ਮੁਸ਼ਕਲਾਂ ਪੇਸ਼ ਆ ਰਹੀਆਂ ਨੇ। ਇਹਨਾਂ ਵਿੱਚ ਪੰਜਾਬ ਤੋਂ ਸਟੱਡੀ ਬੇਸ ਤੇ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਵੱਡੀ ਗਿਣਤੀ ਵਿੱਚ ਨਾ ਮਨਜ਼ੂਰ ਹੋ ਰਹੀਆਂ ਨੇ। ਇਸ ਦੇ ਪ੍ਰਮੁੱਖ ਕਾਰਨ ਫਰਜ਼ੀ ਬੈਂਕ ਸਟੇਟਮੈਂਟ, ਬਰਥ ਸਰਟੀਫਿਕੇਟ ਅਤੇ ਐਜੂਕੇਸ਼ਨ ਗੈਪ ਨੂੰ ਲੈ ਕੇ ਤਿਆਰ ਕੀਤੇ ਜਾਣ ਵਾਲੇ ਫਰਜ਼ੀ ਦਸਤਾਵੇਜ਼ ਹੋਣਾ ਹੈ ਅਤੇ ਨਾਲ ਹੀ ਅਧਿਕਾਰੀ ਇਸ ਸੰਬੰਧੀ ਕਈ ਸ਼ੱਕ ਵੀ ਕਰ ਰਹੇ ਨੇ। 2020-21 ਵਿੱਚ ਆਸਟ੍ਰੇਲੀਆ ਦੇ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਪੰਜਾਬ, ਹਰਿਆਣਾ ਨਾਲ ਸੰਬੰਧਿਤ 600 ਤੋਂ ਵੱਧ ਅਜਿਹੇ ਮਾਮਲੇ ਫੜੇ ਨੇ ਜਿਨ੍ਹਾਂ ਵਿੱਚ ਆਸਟ੍ਰੇਲੀਆ ਦਾ ਐਜੂਕੇਸ਼ਨ ਵੀਜ਼ਾ ਹਾਸਲ ਕਰਨ ਲਈ ਫਰਜ਼ੀ ਦਸਤਾਵੇਜ਼ ਲਗਾਏ ਗਏ ਸਨ। ਉੱਥੇ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ 1 ਸਾਲ ਵਿੱਚ ਫੜੇ ਅਜਿਹੇ ਮਾਮਲਿਆਂ ਦਾ ਅੰਕੜਾ 2500 ਤੋਂ ਵੱਧ ਹੋ ਗਿਆ ਹੈ। ਅਜਿਹੇ ਵੀ ਮਾਮਲੇ ਨਿਊਜ਼ੀਲੈਂਡ, UK, ਅਮਰੀਕਾ ਅੰਬੈਸੀਆਂ ਵੱਲੋਂ ਫੜੇ ਜਾ ਚੁੱਕੇ ਨੇ। ਕੈਨੇਡਾ ਦੇ ਵੀਜ਼ਾ ਰੱਦ ਹੋਣ ਦੀ ਦਰ 41% ਪਹੁੰਚ ਗਈ ਹੈ। ਕੋਵਿਡ ਤੋਂ ਪਹਿਲਾਂ ਇਹ ਦਰ 15% ਸੀ। ਕਈ ਮਾਹਿਰਾਂ ਦੇ ਮੁਤਾਬਕ ਅਜਿਹਾ ਹੋਣ ਕਰਕੇ ਕੋਵਿਡ-19 ਕਾਰਨ 2 ਸਾਲ ਤੋਂ ਐਪਲੀਕੇਸ਼ਨਸ ਪੈਂਡਿੰਗ ਹੋਣਾ ਵੀ ਹੈ। ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਤੇ ਅਟੈਂਡਿੰਗ ਕਮੇਟੀ ਦੀ ਨਵੀਂ ਰਿਪੋਰਟ ਦੇ ਮੁਤਾਬਕ 2021 ਵਿੱਚ ਸਟੱਡੀ ਵੀਜ਼ਾ ਲਈ 2,25,402 ਅਰਜ਼ੀਆਂ ਪ੍ਰੋਸੈਸ ਕੀਤੀਆਂ ਗਈਆਂ ਤੇ ਉਹਨਾਂ ਵਿੱਚੋਂ 91,439 ਖਾਰਜ ਕਰ ਦਿੱਤੀਆਂ ਗਈਆਂ। ਮਤਲਬ ਕਿ ਕਰੀਬ 41% ਅਰਜ਼ੀਆਂ ਖਾਰਜ ਕੀਤੀਆਂ ਗਈਆਂ ਨੇ ਔਰ ਕਈ ਮਾਮਲਿਆਂ 'ਚ ਤਾਂ ਵੀਜ਼ਾ ਅਫਸਰ ਨੂੰ ਸ਼ੱਕ ਹੋ ਜਾਂਦਾ ਹੈ ਕਿ ਵਿਦਿਆਰਥੀ ਸਟੱਡੀ ਦੇ ਬਹਾਨੇ ਇਮੀਗ੍ਰੇਸ਼ਨ ਲਈ ਜਾ ਰਿਹਾ। ਭਾਰਤ ਵਿੱਚ ਕਾਮਰਸ ਐਂਡ ਨਾਨ ਮੈਡੀਕਲ ਹੋਰ ਇਦਾਂ ਦੇ ਵਿਸ਼ਿਆਂ ਤੇ ਵਿਦਿਆਰਥੀ ਕੈਨੇਡਾ ਵੀਜ਼ਾ ਲਈ ਕੇਅਰ ਗਿਵਰਸ, ਡਿਪਲੋਮਾ ਇਨ ਸਲੂਨ ਮੈਨੇਜਮੈਂਟ, ਫੂਡ ਕ੍ਰਾਫਟ ਆਦਿ ਆਸਾਨ ਕੋਰਸਾਂ ਦੇ ਲਈ ਅਰਜ਼ੀ ਦਿੰਦੇ ਨੇ ਜੋ ਇੱਥੇ ਕਮਰਸ ਕਰ ਰਹੇ ਹੁੰਦੇ ਨੇ। ਇਸ ਨਾਲ ਵੀਜ਼ਾ ਅਫਸਰ ਨੂੰ ਜ਼ਿਆਦਾ ਸ਼ੱਕ ਹੋ ਜਾਂਦਾ ਹੈ ਅਤੇ ਸੰਤੁਸ਼ਟੀ ਵਾਲਾ ਜਵਾਬ ਨਾ ਮਿਲਣ ਤੇ ਵੀਜ਼ਾ ਨਹੀਂ ਦਿੱਤਾ ਜਾਂਦਾ। ਕਈ ਵੀਜ਼ਾ ਏਜੰਟ ਵਿਦਿਆਰਥੀਆਂ ਤੋਂ ਤੈਅ ਫੀਸ ਲੈ ਕੇ ਬੈਂਕ ਸਟੇਟਮੈਂਟ ਬਣਾਉਣ ਦੀ ਗਰੰਟੀ ਦਿੰਦੇ ਨੇ। ਉਹ ਵਿਦਿਆਰਥੀਆਂ ਦੇ ਬੈਂਕ ਖਾਤੇ ਵਿੱਚ ਜ਼ਰੂਰੀ ਪੈਸੇ ਅਤੇ ਪੱਧਰ ਤੇ ਟ੍ਰਾਂਸਫਰ ਕਰਦੇ ਨੇ ਜਾਂ ਵਿਦਿਆਰਥੀ ਖੁਦ ਆਪਣੇ ਅਕਾਊਂਟ ਵਿੱਚ ਜਮ੍ਹਾਂ ਕਰਦੇ ਨੇ। ਕੁਝ ਹਫ਼ਤੇ ਫੰਡ ਰੱਖਣ ਦੇ ਬਾਅਦ ਸਟੇਟਮੈਂਟ ਲਈ ਜਾਂਦੀ ਹੈ। ਉਸ ਮਗਰੋਂ ਫੰਡ ਮੁੜ ਟ੍ਰਾਂਸਫਰ ਕਰ ਲਿਆ ਜਾਂਦਾ ਹੈ। ਅੰਬੈਸੀਆਂ ਦੀ ਜਾਂਚ ਵਿੱਚ ਸਾਰਾ ਮਾਮਲਾ ਸਾਹਮਣੇ ਆ ਗਿਆ ਹੈ। ਇੱਕ ਵਾਰ ਪੜ੍ਹਾਈ ਛੱਡ ਦੇਣ ਮਗਰੋਂ ਮੁੜ ਅਰਜ਼ੀ ਦੇਣ ਦੇ ਵਿਚਕਾਰ ਆਏ ਅੰਤਰ ਨੂੰ ਲੈ ਕੇ ਫਰਜ਼ੀ ਸਰਟੀਫਿਕੇਟ ਤਿਆਰ ਕੀਤੇ ਜਾਂਦੇ ਨੇ। ਐਕਸਪੀਰੀਅੰਸ ਸਰਟੀਫਿਕੇਟ ਦੀ ਫਰਜ਼ੀ ਪਾਏ ਗਏ ਨੇ। ਉੱਥੇ ਜਨਮ ਸਰਟੀਫਿਕੇਟ ਤੋਂ ਲੈ ਕੇ ਪਾਸਪੋਰਟ ਬਣਵਾਉਣ ਵਿੱਚ ਵੀ ਗੜਬੜੀਆਂ ਫੜੀਆਂ ਗਈਆਂ ਨੇ। ਕੈਨੇਡਾ ਦੀਆਂ ਵੀਜ਼ਾ ਅਰਜ਼ੀਆਂ ਦਾ ਭਾਰੀ ਬੈਕਲੌਗ ਜੋ ਇਕੱਲੇ ਭਾਰਤ ਤੋਂ 2022 ਵਿੱਚ 5 ਲੱਖ ਨੂੰ ਛੂਹਣ ਦੀ ਉਮੀਦ ਹੈ ਨੇ ਇਨਕਾਰ ਕਰਨ ਦੀ ਦਰ ਉੱਚੀ ਕੀਤੀ ਹੈ। ਇਹ ਰੁਝਾਨ ਜੋ ਕੋਵਿਡ-19 ਪਾਬੰਦੀਆਂ ਵਿੱਚ ਢਿੱਲ ਦੇ ਨਾਲ ਉਭਰਿਆ ਹੈ ਨੇ ਬਹੁਤ ਸਾਰੇ ਬਿਨੇਕਾਰਾਂ ਦੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਵੀ ਕਰ ਦਿੱਤਾ, ਜਿਨ੍ਹਾਂ ਵਿੱਚ ਉੱਚ ਆਇਲਜ਼ ਸਕੋਰ ਵਾਲੇ ਵੀ ਸ਼ਾਮਲ ਨੇ। ਪੰਜਾਬ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਕਿਉਂਕਿ ਰਾਜ ਦੇ ਬਿਨੇਕਾਰਾਂ ਨੇ ਸਾਰੀਆਂ ਵੀਜ਼ਾ ਅਰਜ਼ੀਆਂ ਵਿੱਚ ਯੋਗਦਾਨ ਲਗਭਗ 65% ਹੈ। ਅੰਜੂ ਅਗਨੀਹੋਤਰੀ ਚਾਬਾ ਦੱਸਦੇ ਨੇ ਕਿ ਕੈਨੇਡਾ ਇੰਨੀਆਂ ਅਰਜ਼ੀਆਂ ਨੂੰ ਕਿਉਂ ਰੱਦ ਕਰ ਰਿਹਾ ਅਤੇ ਕੀ ਆਉਣ ਵਾਲੇ ਸਮੇਂ ਵਿੱਚ ਇਸ ਵਿੱਚ ਸੁਧਾਰ ਹੋਣ ਦੀ ਉਮੀਦ ਹੈ। ਮੌਜੂਦਾ ਦ੍ਰਿਸ਼ ਦਾ ਵਿਗੜਿਆ ਚਿੱਤਰ ਵੱਖ-ਵੱਖ ਕਾਰਕਾਂ ਦਾ ਨਤੀਜਾ ਹੈ, ਜਿਵੇਂ ਕਿ ਐਪਲੀਕੇਸ਼ਨਸ ਪ੍ਰੋਸੈਸਿੰਗ ਵਿੱਚ ਇੱਕ ਗੰਭੀਰ ਬੈਕਲੌਗ, ਐਪਲੀਕੇਸ਼ਨਸ ਦੀ ਵੱਧ ਰਹੀ ਗਿਣਤੀ ਅਤੇ ਅਸਵੀਕਾਰ ਹੋਣ ਦੀ ਉੱਚ ਦਰ। IRCC ਦੁਆਰਾ ਹਾਸਲ ਜਾਣਕਾਰੀ ਦੇ ਅਨੁਸਾਰ ਪ੍ਰਾਪਤ ਅਰਜ਼ੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਵਿਭਾਗ ਸਮੇਂ ਸਿਰ ਉਹਨਾਂ ਤੇ ਕਾਰਵਾਈ ਕਰਨ ਦੇ ਯੋਗ ਨਹੀਂ ਰਿਹਾ। ਮਾਹਿਰ ਦੱਸਦੇ ਨੇ ਕਿ ਭਾਰਤ ਤੋਂ ਅਰਜ਼ੀਆਂ ਦਾ ਬੈਕਲੌਗ 2021 ਵਿੱਚ 4 ਲੱਖ ਦੇ ਅੰਕੜੇ ਨੂੰ ਪਾਰ ਕਰ ਗਿਆ ਸੀ। 2022 ਵਿੱਚ 5 ਲੱਖ ਦੇ ਅੰਕੜੇ ਨੂੰ ਛੂਹਣ ਦੀ ਉਮੀਦ ਹੈ। ਇਹਨਾਂ ਅਰਜ਼ੀਆਂ ਵਿੱਚ ਪੰਜਾਬ ਦਾ ਯੋਗਦਾਨ 60 ਤੋਂ 65% ਹੈ। ਆਪਣੇ ਸਾਲਾਨਾ ਟੀਚਿਆਂ ਦੁਆਰਾ ਸੇਧਿਤ IRCC ਕਈ ਅਰਜ਼ੀਆਂ ਨੂੰ ਰੱਦ ਕਰ ਰਿਹਾ ਅਤੇ ਵੱਧ ਰਹੇ ਬੈਕਲੌਗ ਨੂੰ ਜਾਰੀ ਰੱਖਣ ਵਿੱਚ ਅਸਮਰਥ ਹੈ। ਮਾਹਿਰਾਂ ਨੇ ਕਿਹਾ ਕਿ 1-2 ਸਾਲਾਂ ਵਿੱਚ ਇਨਕਾਰ ਕਰਨ ਦੀ ਦਰ ਆਪਣੇ ਆਪ ਹੇਠਾਂ ਚਲੀ ਜਾਏਗੀ। ਉਹਨਾਂ ਨੇ ਕਿਹਾ ਕਿ ਅਧਿਕਾਰੀ ਆਇਲਜ਼ ਬੈਂਡ ਸਕੋਰਾਂ ਅਤੇ ਅਕਾਦਮਿਕ ਰਿਕਾਰਡਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਰਸ ਨੂੰ ਵੀ ਦੇਖਦੇ ਨੇ ਅਤੇ ਕਾਲਜ ਦੇ ਵਿਦਿਆਰਥੀ ਇਸ ਦੀ ਚੋਣ ਕਰ ਰਹੇ ਨੇ। ਸਲਾਹਕਾਰਾਂ ਨੇ ਮੁੱਖ ਤੌਰ ਤੇ ਪੰਜਾਬ ਦੇ ਵਿਦਿਆਰਥੀਆਂ ਨੂੰ ਟੋਰਾਂਟੋ ਵਰਗੀ ਭੀੜ ਭੜੱਕੇ ਵਾਲੇ ਸ਼ਹਿਰਾਂ ਵਿੱਚ ਕਾਲਜਾਂ ਅਤੇ ਯੂਨੀਵਰਸਿਟੀਜ਼ ਵਿੱਚ ਅਪਲਾਈ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਮਾਹਿਰਾਂ ਨੇ ਕਿਹਾ ਕਿ ਕਿਉਂਕਿ ਪੰਜਾਬ ਤੋਂ ਅਰਜ਼ੀਆਂ ਹਰ ਸਾਲ ਜ਼ਿਆਦਾ ਹੁੰਦੀਆਂ ਨੇ, ਇਸ ਲਈ
ਰਾਜ ਦੇ ਉਮੀਦਵਾਰਾਂ ਲਈ ਅਸਵੀਕਾਰ ਦਰ 60% ਤੱਕ ਵਧਣ ਦੀ ਉਮੀਦ ਹੈ, ਪਰ ਦੇਸ਼ ਭਰ ਦੇ ਉਮੀਦਵਾਰਾਂ ਲਈ ਇਹ ਦਰ 45% ਹੈ। ਜਿੱਥੇ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਅਰਜ਼ੀਆਂ ਦਾ ਬੈਕਲੌਗ ਹੈ, ਨਾਂ ਦਰ ਵਰ ਗਈ ਹੈ, ਉੱਥੇ ਕੈਨੇਡਾ ਜਾਣ ਦੇ ਚਾਹਵਾਨ ਭਾਰਤੀਆਂ ਦੇ ਲਈ ਹੋ ਸਕਦਾ ਹੈ ਕਿ ਜਲਦ ਕੋਈ ਖੁਸ਼ਖਬਰੀ ਵੀ ਆਵੇ। ਕੈਨੇਡਾ ਦੇ ਵੀਜ਼ਾ ਲਈ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ। ਇਸ ਲਈ ਕੈਨੇਡਾ ਦੇ ਹਾਈ ਕਮਿਸ਼ਨ ਨੇ ਭਰੋਸਾ ਦਿਵਾਇਆ ਹੈ ਕਿ ਉਹ ਸਥਿਤੀ ਨੂੰ ਸੁਧਾਰਨ ਦੇ ਲਈ ਕੰਮ ਕਰ ਰਿਹਾ ਅਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਨਿਰਾਸ਼ਾ ਅਤੇ ਗੁੱਸੇ ਨੂੰ ਸਮਝਦਾ ਹੈ। ਗੌਰਤਲਬ ਹੈ ਕਿ ਹਰ ਸਾਲ ਹਜ਼ਾਰਾਂ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਲਈ ਕੈਨੇਡਾ ਦੀਆਂ ਕਈ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਦਾਖਲਾ ਲੈਂਦੇ ਨੇ। ਇਸ ਲਈ ਵੀਜ਼ਾ ਅਪਾਇੰਟਮੈਂਟਸ ਪ੍ਰਾਪਤ ਕਰਨਾ ਅਸਲ ਵਿੱਚ ਵਿਦਿਆਰਥੀਆਂ ਲਈ ਸਮੇਂ ਸਿਰ ਨਵੀਂ ਮਿਆਦ ਵਿੱਚ ਸ਼ਾਮਲ ਹੋਣ ਲਈ ਆਖਰੀ ਰੁਕਾਵਟ ਹੈ ਅਤੇ ਜੇ ਇਸ ਪ੍ਰਕਿਰਿਆ ਵਿੱਚ ਦੇਰੀ ਹੁੰਦੀ ਹੈ ਨਾ ਤੇ ਨਿਰਾਸ਼ਾਜਨਕ ਹੋ ਸਕਦਾ ਹੈ। ਇਸ ਸਾਲ ਭਾਰਤੀ ਵਿਦਿਆਰਥੀ ਜੋ ਉੱਚ ਸਿੱਖਿਆ ਲਈ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਨੇ ਨੂੰ ਲੰਬੇ ਇੰਤਜ਼ਾਰ ਦੇ ਸਮੇਂ ਕਾਰਨ ਵੀਜ਼ਾ ਮੁਲਾਕਾਤਾਂ ਪ੍ਰਾਪਤ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ, ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ। ਤੇ ਕੈਨੇਡੀਅਨ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਹਜ਼ਾਰਾਂ ਭਾਰਤੀ ਵਿਦਿਆਰਥੀ ਹਰ ਹਫ਼ਤੇ ਆਪਣੇ ਵੀਜ਼ਾ ਪ੍ਰਾਪਤ ਕਰ ਰਹੇ ਨੇ ਅਤੇ ਇਹ ਉਡੀਕ ਸਮਾਂ ਘਟਾਉਣ ਲਈ ਹਰ ਕੋਸ਼ਿਸ਼ ਜਾਰੀ ਰੱਖੇਗਾ। ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਨਿਰਾਸ਼ਾ ਅਤੇ ਗੁੱਸੇ ਨੂੰ ਸਮਝਦੇ ਹਾਂ ਤੇ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਸਥਿਤੀ ਨੂੰ ਸੁਧਾਰਨ ਲਈ ਕੰਮ ਕਰ ਰਹੇ ਹਾਂ। ਵਾਸਤਵ ਵਿੱਚ ਅਸੀਂ ਸਾਲ ਭਰ ਵਿੱਚ ਅਰਜ਼ੀਆਂ ਦੀ ਪ੍ਰਕਿਰਿਆ ਕਰਦੇ ਰਹੇ ਹਾਂ, ਜਿਸ ਵਿੱਚ ਸਤੰਬਰ 2022 ਦੇ ਦਾਖਲੇ ਲਈ ਅਧਿਐਨ ਪਰਮਿਟ ਸ਼ਾਮਲ ਨੇ। ਕਮਿਸ਼ਨ ਨੇ ਕਿਹਾ ਕਿ ਭਾਰਤ ਵਿੱਚ ਹਜ਼ਾਰਾਂ ਵਿਦਿਆਰਥੀ ਹਰ ਹਫ਼ਤੇ ਆਪਣੇ ਵੀਜ਼ਾ ਪ੍ਰਾਪਤ ਕਰ ਰਹੇ ਨੇ। ਅਸੀਂ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਬੇਮਿਸਾਲ ਮਾਤਰਾ ਦੇ ਵਿਰੁੱਧ ਉਡੀਕ ਸਮੇਂ ਨੂੰ ਘਟਾਉਣ ਲਈ ਹਰ ਕੋਸ਼ਿਸ਼ ਕਰਨਾ ਜਾਰੀ ਰੱਖਾਂਗੇ। ਕੈਨੇਡਾ ਭਾਰਤੀ ਵਿਦਿਆਰਥੀਆਂ ਲਈ ਪਸੰਦੀਦਾ ਸਥਾਨਾਂ ਚੋਂ ਇੱਕ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਸਟੱਡੀ ਪਰਮਿਟ ਅਰਜ਼ੀਆਂ ਲਈ ਮੌਜੂਦਾ ਪ੍ਰਕਿਰਿਆ ਦਾ ਸਮਾਂ 12 ਹਫ਼ਤੇ ਹੈ। ਹਾਈ ਕਮਿਸ਼ਨ ਨੇ ਕਿਹਾ ਹੈ ਕਿ ਜਦਕਿ ਭਾਰਤ ਵਿੱਚ 2022 ਚ ਪ੍ਰੋਸੈਸਿੰਗ ਦਾ ਸਮਾਂ ਵੱਧ ਰਿਹਾ, ਅਸੀਂ ਵਿਸ਼ਵ ਪੱਧਰ ਤੇ ਆਪਣੀਆਂ ਸੇਵਾਵਾਂ ਵਿੱਚ ਉਡੀਕ ਸਮੇਂ ਨੂੰ ਘਟਾਉਣ ਲਈ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਨੇ ਕਿਹਾ ਹੈ ਕਿ ਅਸੀਂ ਉਹਨਾਂ ਵਿਦਿਆਰਥੀਆਂ ਨੂੰ ਬੇਨਤੀ ਕਰਦੇ ਹਾਂ ਜੋ ਅਜੇ ਵੀ ਇਸ ਪੜਾਅ ਤੇ ਆਪਣੀਆਂ ਵੀਜ਼ਾ ਅਰਜ਼ੀਆਂ ਦੇ ਨਤੀਜੇ ਦੀ ਉਡੀਕ ਕਰ ਰਹੇ ਨੇ, ਉਹ ਵਿਕਲਪ ਤੇ ਚਰਚਾ ਕਰਨ ਲਈ ਕੈਨੇਡਾ ਵਿੱਚ ਆਪਣੇ ਮਨੋਨੀਤ ਲਰਨਿੰਗ ਇੰਸਟੀਚਿਊਟ ਨਾਲ ਸੰਪਰਕ ਕਰਨ ਕਿ ਉਹ ਕਲਾਸਾਂ ਦੀ ਸ਼ੁਰੂਆਤ ਲਈ ਸਮੇਂ ਸਿਰ ਪਹੁੰਚਣ ਵਿੱਚ ਅਸਮਰਥ ਨੇ। ਦੁਨੀਆ ਦੇ 18 ਦੇਸ਼ਾਂ 'ਚ ਭਾਰਤੀ ਕਾਮਿਆਂ ਦੀ ਮੰਗ ਲਗਾਤਾਰ ਵਧ ਰਹੀ ਹੈ। ਕਰੋਨਾ ਮਹਾਮਾਰੀ ਤੋਂ ਪਹਿਲਾਂ ਵਿਦੇਸ਼ ਜਾਣ ਵਾਲੇ ਭਾਰਤੀ ਕਾਮਿਆਂ ਨਾਲੋਂ ਦੁੱਗਣੇ ਮਹਾਮਾਰੀ ਤੋਂ ਬਾਅਦ ਵਿਦੇਸ਼ ਪਹੁੰਚੇ ਨੇ। ਜਿਵੇਂ-ਜਿਵੇਂ ਦੁਨੀਆ ਭਰ 'ਚ ਬਾਜ਼ਾਰ ਖੁੱਲ ਰਹੇ ਨੇ, ਭਾਰਤੀ ਕਾਮਿਆਂ ਦੀ ਮੰਗ ਵਧ ਰਹੀ ਹੈ। ਵਿਦੇਸ਼ ਮੰਤਰਾਲਾ ਦੇ ਅੰਕੜਿਆਂ ਦੇ ਮੁਤਾਬਕ 3 ਸਾਲ ਪਹਿਲਾਂ ਰੋਜ਼ਗਾਰ ਲਈ ਵਿਦੇਸ਼ ਜਾਣ ਵਾਲੇ ਭਾਰਤੀ ਕਾਮਿਆਂ ਦੀ ਗਿਣਤੀ 94,000 ਸੀ, ਜੋ ਹੁਣ ਵੱਧ ਕੇ 1,90,000 ਹੋ ਗਈ ਹੈ। ਇਹ ਅੰਕੜੇ 18 ਦੇਸ਼ਾਂ ਦੇ ਨੇ ਜਿੱਥੇ ਭਾਰਤੀ ਕਾਮਿਆਂ ਨੂੰ ਜਾਣ ਲਈ ਇਮੀਗ੍ਰੇਸ਼ਨ ਚੈੱਕ ਰਿਕੁਆਇਰਡ ਪਾਸਪੋਰਟ ਲੈਣਾ ਪੈਂਦਾ ਹੈ। ਅਜਿਹੇ ਕਾਮਿਆਂ ਜਿਨ੍ਹਾਂ ਨੇ 10ਵੀਂ ਜਮਾਤ ਤੱਕ ਪੜ੍ਹਾਈ ਨਹੀਂ ਕੀਤੀ, ਉਹਨਾਂ ਨੂੰ ESR ਪਾਸਪੋਰਟ ਜਾਰੀ ਕੀਤਾ ਜਾਂਦਾ ਹੈ। ਇਹਨਾਂ ਦੇ ਪਾਸਪੋਰਟ ਤੇ ਪਾਸਪੋਰਟ ਦਫ਼ਤਰ ਦੀ ਵਿਸ਼ੇਸ਼ ਮੋਹਰ ਦੀ ਲੋੜ ਹੁੰਦੀ ਹੈ। ਉਹ ਉਹਨਾਂ ਨੂੰ ESNR ਦੀ ਕੈਟਾਗਰੀ 'ਚ ਰੱਖਦੇ ਨੇ। ESR ਵਾਲੇ ਦੇਸ਼ਾਂ 'ਚ ਵਿਦੇਸ਼ੀ ਕਾਮਿਆਂ ਲਈ ਕਾਨੂੰਨੀ ਸਖਤ ਨਹੀਂ ਹੈ ਬਹੁਤਾ, ਯਾਨੀ ਕਿ ਬਹੁਤਾ ਸਖਤ ਕਾਨੂੰਨ ਨਹੀਂ ਹੈ। ਇਹ ਕਾਮੇ ਮਾਈਗ੍ਰੇਟ ਸਿਸਟਮ ਤੋਂ ਬਾਹਰ ਚਲੇ ਜਾਂਦੇ ਨੇ। ਇਸ ਲਈ ਪਲੰਬਰ, ਇਲੈਕਟ੍ਰੀਸ਼ੀਅਨ, ਤਰਖਾਣ, ਜੁਲਾਹੇ ਵਰਗੇ ਕਾਮਿਆਂ ਨੂੰ ਇਸ ਪੋਰਟਲ ਰਾਹੀਂ ਕੰਮ ਲਈ ਬਾਹਰ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ। ਕਰੋਨਾ ਮਹਾਮਾਰੀ ਦੌਰਾਨ 2021 ਚ ਇਹਨਾਂ ਦੇਸ਼ਾਂ 'ਚ ਭਾਰਤੀ ਕਾਮਿਆਂ ਦੀ ਮੰਗ ਘੱਟ ਨਹੀਂ ਹੋਈ। ਇਸ ਸਾਲ ਇਹਨਾਂ ਦੇਸ਼ਾਂ 'ਚ 1,33,000 ਭਾਰਤੀ ਕਾਮੇ ਕੰਮ ਕਰ ਰਹੇ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਕੇਰਲ ਤੋਂ ECR ਪਾਸਪੋਰਟ ਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਘਟੀ ਹੈ। ਇਹਨਾਂ ਦੇਸ਼ਾਂ 'ਚ ਜਾਣ ਵਾਲੇ ਜ਼ਿਆਦਾਤਰ ਕਾਮੇ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਰਾਜਸਥਾਨ, ਤਾਮਿਲਨਾਡੂ ਦੇ ਨੇ। ਉਹਨਾਂ ਦੀ ਗਿਣਤੀ ਲਗਭਗ ਸਾਰੇ ਹੋਰ ਸੂਬਿਆਂ 'ਚ ਦੁੱਗਣੀ ਤੋਂ 3 ਗੁਣਾ ਤੱਕ ਵੱਧ ਗਈ ਹੈ। ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਸ਼ਹਿਰੀ ਹਵਾਬਾਜ਼ੀ ਰੈਗੂਲੇਟਰੀ ਅਥਾਰਟੀ DGCA ਨੇ ਹੁਕਮ ਜਾਰੀ ਕੀਤੇ ਨੇ ਕਿ ਭਾਰਤੀ ਉਡਾਣਾਂ ਵਿੱਚ ਕੋਵਿਡ-19 ਨਿਯਮ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਤੇ ਮੁਸਾਫਰ ਲਈ ਮਾਸਕ ਪਹਿਨਣਾ ਲਾਜ਼ਮੀ ਕੀਤਾ ਜਾਵੇ। ਇਸ ਸੰਬੰਧ ਵਿੱਚ DGCA ਵੱਲੋਂ ਜਹਾਜ਼ਾਂ ਵਿੱਚ ਜਾਂਚ ਮੁਹਿੰਮ ਦੀ ਚਲਾਈ ਜਾਏਗੀ। ਏਅਰਲਾਈਨਸ ਨੂੰ ਕਿਹਾ ਗਿਆ ਹੈ ਕਿ ਯਾਤਰੀਆਂ ਦੀ ਸਵੱਛਤਾ ਨੂੰ ਯਕੀਨੀ ਬਣਾਇਆ ਜਾਏ ਅਤੇ ਸਫ਼ਰ ਦੌਰਾਨ ਮਾਸਕ ਨਾ ਪਾਉਣ ਵਾਲੇ ਯਾਤਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਏ। ਆਸਟ੍ਰੇਲੀਅਨ ਵੀਜ਼ਾ ਲਈ ਅਪਲਾਈ ਕਰਨ ਜਾਂ ਆਸਟ੍ਰੇਲੀਆ ਵਿੱਚ ਸੈਟਲ ਹੋਣ ਦੇ ਚਾਹਵਾਨ ਲੋਕਾਂ ਲਈ ਖੁਸ਼ਖਬਰੀ ਹੈ, ਕਿਉਂਕਿ ਸਰਕਾਰ ਨੇ ਅਸਥਾਈ ਹੁਨਰ ਦੀ ਘਾਟ ਵਾਲੇ ਵੀਜ਼ਾ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਹੈ, ਜੋ ਸਥਾਈ ਨਿਵਾਸ ਲਈ ਨਵੇਂ ਮਾਰਗ ਪੇਸ਼ ਕਰਦੇ ਨੇ। ਇਹ ਬਦਲਾਅ ਅਸਥਾਈ ਹੁਨਰ ਦੀ ਘਾਟ ਵਾਲੇ ਵੀਜ਼ਾ, ਅਸਥਾਈ ਗ੍ਰੈਜੂਏਟ ਵੀਜ਼ਾ ਅਤੇ ਕੰਮਕਾਜੀ ਛੁੱਟੀਆਂ ਬਣਾਉਣ ਵਾਲੇ ਵੀਜ਼ਾ ਲਈ ਕੀਤੇ ਗਏ ਨੇ। ਇਹ ਵੀਜ਼ਾ ਰੱਖਣ ਵਾਲੇ ਸਾਰੇ ਹੁਨਰਮੰਦ ਕਾਮਿਆਂ ਲਈ ਆਸਟ੍ਰੇਲੀਅਨ PR ਲਈ ਅਪਲਾਈ ਕਰਨਾ ਆਸਾਨ ਹੋ ਸਕਦਾ ਹੈ। ਆਸਟ੍ਰੇਲੀਆ ਦੀ ਸਰਕਾਰ ਨੇ ਇਸ ਵਿੱਤੀ ਸਾਲ 2022-23 ਵਿੱਚ 1 ਜੁਲਾਈ ਤੋਂ ਦੇਸ਼ ਵਿੱਚ ਪ੍ਰਵਾਸ ਕਰਨ ਦੀ ਇੱਛਾ ਰੱਖਣ ਵਾਲੇ
ਜਾਂ PR ਦੀ ਭਾਲ ਵਿੱਚ ਆਸਟ੍ਰੇਲੀਆ 'ਚ ਪ੍ਰਵਾਸੀ ਹੋਣ ਵਾਲਿਆਂ ਲਈ 3 ਤਰ੍ਹਾਂ ਦੇ ਵੀਜ਼ਿਆਂ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਹੈ। ਨਵੇਂ ਸੁਧਾਰਾਂ ਦੇ ਅਨੁਸਾਰ ਸਰਕਾਰ ਨੇ ਆਸਟ੍ਰੇਲੀਆ PR ਜਾਂ ਅਸਥਾਈ ਹੁਨਰ ਦੀ ਘਾਟ ਯਾਨੀ ਕਿ TSS ਟੈਂਪਰੇਰੀ ਸਕਿੱਲ ਸ਼ਾਰਟੇਜ ਸਬ ਕਲਾਸ 482 ਵੀਜ਼ਾ ਧਾਰਕਾਂ ਲਈ ਇੱਕ ਆਸਾਨ ਮਾਰਗ ਪੇਸ਼ ਕੀਤਾ ਹੈ। 31 ਮਾਰਚ 2022 ਤੱਕ ਉਪ ਸ਼੍ਰੇਣੀ 482 ਅਤੇ ਉਪ ਸ਼੍ਰੇਣੀ 457 ਵੀਜ਼ਾ ਅਧੀਨ 52,000 ਤੋਂ ਵੱਧ ਉਮੀਦਵਾਰ ਸਨ, ਜਿਸ ਕਾਰਨ ਆਸਟ੍ਰੇਲੀਅਨ PR ਲਈ ਅਰਜ਼ੀ ਦੇਣ ਦੀ ਉਮੀਦ ਬੰਦ ਹੋ ਗਈ ਸੀ। ਪਰ 1 ਜੁਲਾਈ ਤੋਂ ਇਹ ਵੀਜ਼ਾ ਧਾਰਕ ਅਸਥਾਈ ਨਿਵਾਸ ਤਬਦੀਲੀ ਯਾਨੀ ਕਿ TRT ਟੈਂਪਰੇਰੀ ਰੈਜ਼ੀਡੈਂਸ ਟ੍ਰਾਂਜ਼ਿਸ਼ਨ ਵੀਜ਼ਾ ਲਈ ਅਰਜ਼ੀ ਦੇ ਸਕਦੇ ਨੇ। ਵੀਜ਼ਾ ਨੀਤੀ ਵਿੱਚ ਤਬਦੀਲੀਆਂ ਕਰਨ ਦਾ ਉਦੇਸ਼ ਉਹਨਾਂ ਉਮੀਦਵਾਰਾਂ ਦਾ ਸਮਰਥਨ ਕਰਨਾ ਹੈ ਜੋ ਕੋਵਿਡ ਮਹਾਮਾਰੀ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਆਪਣੀ ਪ੍ਰਵਾਨਗੀ ਗਵਾ ਚੁੱਕੇ ਨੇ। ਸਰਕਾਰੀ ਅੰਕੜਿਆਂ ਦੇ ਅਨੁਸਾਰ ਕਰੀਬ 30,000 ਉਮੀਦਵਾਰਾਂ ਕੋਲੇ ਵੀਜ਼ੇ ਨੇ। ਹਾਲਾਂਕਿ ਉਹਨਾਂ ਦਾ ਵੀਜ਼ਾ ਸਮਾਂ ਯੋਗਤਾ ਅਤੇ ਨਿਯਮ ਦੇ ਅਨੁਸਾਰ ਸਟਰੀਮ ਦੇ ਆਧਾਰ ਤੇ ਵਧਾਇਆ ਜਾਏਗਾ। ਦੇਸ਼ ਦਾ ਉਦੇਸ਼ ਉਹਨਾਂ ਸਾਰੇ ਹੁਨਰਮੰਦ ਲੋਕਾਂ ਨੂੰ ਸੱਦਾ ਦੇਣਾ ਹੈ ਜੋ ਦੇਸ਼ ਦੇ ਆਰਥਿਕ ਵਿਕਾਸ ਨੂੰ ਠੋਸ ਹੁਲਾਰਾ ਦੇਣਗੇ, ਜੋ ਮਹਾਮਾਰੀ ਦੇ ਪ੍ਰਭਾਵ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ। ਆਸਟ੍ਰੇਲੀਆਈ ਸਰਕਾਰ ਨੇ ਵਿੱਤੀ ਸਾਲ 2022-23 ਲਈ ਸਬ ਕਲਾਸ 462 ਵੀਜ਼ਾ ਤਹਿਤ ਆਸਟ੍ਰੇਲੀਆ ਲਈ 30% ਤੱਕ ਦੀ ਸੀਮਾ ਵੀ ਵਧਾ ਦਿੱਤੀ ਹੈ। ਦੇਸ਼ 1 ਜੁਲਾਈ 2022 ਨੂੰ ਘੋਸ਼ਿਤ ਕੀਤੇ ਗਏ ਨਵੇਂ ਸੁਧਾਰਾਂ ਦੇ ਅਨੁਸਾਰ ਇਸ ਨੂੰ ਵਰਕਿੰਗ ਹੌਲੀਡੇ ਮੇਕਰਸ ਵੀਜ਼ਾ ਪ੍ਰੋਗਰਾਮ ਤੱਕ ਪਹੁੰਚ ਮਿਲੀ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਨੇ ਭਾਰਤ ਨਾਲ 2 ਅਪ੍ਰੈਲ 2022 ਨੂੰ ਮੁਕਤ ਵਪਾਰ ਸਮਝੌਤੇ ਤੇ ਦਸਤਖਤ ਕੀਤੇ ਸਨ। UK 'ਚ ਦਾਖਲ ਹੋਣ ਲਈ ਹਜ਼ਾਰਾਂ ਲੋਕ ਹਰ ਸਾਲ ਗੈਰ ਕਾਨੂੰਨੀ ਢੰਗ ਅਪਣਾਉਂਦੇ ਨੇ, ਜਿਸ ਵਿੱਚ ਕਿਸ਼ਤੀਆਂ ਰਾਹੀਂ ਇੰਗਲਿਸ਼ ਚੈਨਲ ਨੂੰ ਪਾਰ ਕਰਨਾ ਸ਼ਾਮਲ ਹੈ। ਇਸ ਸੰਬੰਧੀ ਰੱਖਿਆ ਮੰਤਰਾਲਾ ਨੇ ਪੁਸ਼ਟੀ ਕੀਤੀ ਹੈ ਕਿ ਇਸ ਸਾਲ 20,000 ਤੋਂ ਵੱਧ ਲੋਕ ਛੋਟੀਆਂ ਕਿਸ਼ਤੀਆਂ 'ਚ ਇੰਗਲਿਸ਼ ਚੈਨਲ ਨੂੰ ਪਾਰ ਕਰ ਚੁੱਕੇ ਨੇ। ਜਾਣਕਾਰੀ ਦੇ ਅਨੁਸਾਰ ਸ਼ਨੀਵਾਰ ਨੂੰ 607 ਪ੍ਰਵਾਸੀਆਂ ਨੇ 14 ਕਿਸ਼ਤੀਆਂ 'ਚ ਕ੍ਰਾਸਿੰਗ ਕੀਤੀ। 2021 'ਚ 28,526 ਗੈਰ ਕਾਨੂੰਨੀ ਕ੍ਰਾਸਿੰਗਸ ਦਾ ਰਿਕਾਰਡ ਕੀਤਾ ਸੀ ਅਤੇ ਪਿਛਲੇ ਸਾਲ ਇਸ ਤੱਕ ਕੇਵਲ 11,300 ਤੋਂ ਵੱਧ ਲੋਕ ਦਾਖਲ ਹੋਏ ਸਨ। ਅਪ੍ਰੈਲ 'ਚ UK ਸਰਕਾਰ ਨੇ ਇਹਨਾਂ ਪ੍ਰਵਾਸੀਆਂ ਨੂੰ ਰੋਕਣ ਲਈ ਅਤੇ ਸ਼ਰਨ ਮੰਗਣ ਵਾਲਿਆਂ ਨੂੰ ਰਵਾਂਡਾ ਭੇਜਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ ਅਤੇ ਇਸ ਸਾਲ ਦੇ ਸ਼ੁਰੂ 'ਚ ਕੁਝ ਲੋਕਾਂ ਨੂੰ ਰਵਾਂਡਾ ਲਈ 4,000 ਮੀਲ ਲਈ 14 ਜੂਨ ਦੀ ਇੱਕ ਫਲਾਈਟ ਬੁੱਕ ਕੀਤੀ ਗਈ ਸੀ। ਹਾਲਾਂਕਿ ਕਈ ਕਾਨੂੰਨੀ ਚੁਣੌਤੀਆਂ ਤੇ ਮਨੁੱਖੀ ਅਧਿਕਾਰਾਂ ਦੀ ਯੂਰੋਪੀਅਨ ਅਦਾਲਤ ਦੇ ਫੈਸਲੇ ਤੋਂ ਬਾਅਦ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ। MOD ਦੇ ਅਨੁਸਾਰ ਪਿਛਲੇ ਹਫ਼ਤੇ 1694 ਦੇ ਨਾਲ ਇਸ ਮਹੀਨੇ ਹੁਣ ਤੱਕ ਦੀਆਂ 3618 ਗੈਰ ਕਾਨੂੰਨੀ ਕ੍ਰਾਸਿੰਗਸ ਦਾ ਪਤਾ ਲਗਾਇਆ ਗਿਆ ਤੇ ਇਸ ਸਾਲ ਸਭ ਤੋਂ ਵੱਧ ਰੋਜ਼ਾਨਾ ਅੰਕੜਾ 1 ਅਗਸਤ ਨੂੰ ਰਿਕਾਰਡ ਕੀਤਾ ਗਿਆ ਜਦੋਂ 14 ਕਿਸ਼ਤੀਆਂ 'ਚ 696 ਲੋਕਾਂ ਨੇ ਚੈਨਲ ਨੂੰ ਪਾਰ ਕੀਤਾ ਸੀ। ਦੁਨੀਆ ਦਾ ਸਭ ਤੋਂ ਮਸ਼ਰੂਫ ਹੀਥਰੋ ਹਵਾਈ ਅੱਡੇ ਨੇ ਮੌਜੂਦਾ ਉਡਾਣ ਪਾਬੰਦੀਆਂ ਤੇ ਰੋਜ਼ਾਨਾ ਯਾਤਰੀਆਂ ਦੀ ਵੱਧ ਤੋਂ ਵੱਧ ਗਿਣਤੀ ਦੀ ਸਮਾਂ ਸੀਮਾ 29 ਅਕਤੂਬਰ ਤੱਕ ਵਧਾ ਦਿੱਤੀ ਹੈ। ਫਿਲਹਾਲ ਇਸ ਹਵਾਈ ਅੱਡੇ ਤੋਂ ਰੋਜ਼ਾਨਾ 1 ਲੱਖ ਲੋਕਾਂ ਨੂੰ ਹੀ ਸਫ਼ਰ ਕਰਨ ਦੀ ਆਗਿਆ ਹੈ। ਮੰਨਿਆ ਜਾ ਰਿਹਾ ਕਿ ਹਵਾਈ ਅੱਡਾ ਪ੍ਰਸ਼ਾਸਨ ਨੇ ਮੁਲਾਜ਼ਮਾਂ ਦੀ ਕਮੀ ਤੇ ਸੇਵਾਵਾਂ ਨੂੰ ਲੈ ਕੇ ਦਬਾਅ ਦੇ ਚੱਲਦੇ ਇਹ ਫੈਸਲਾ ਕੀਤਾ ਹੈ। ਜੁਲਾਈ 'ਚ ਹਵਾਈ ਅੱਡੇ ਤੋਂ ਸਫ਼ਰ ਕਰਨ ਵਾਲੇ ਲੋਕਾਂ ਦੀ ਰੋਜ਼ਾਨਾ ਸੀਮਾ 1 ਲੱਖ ਮਿੱਥੀ ਗਈ ਸੀ ਤੇ ਇਹ 11 ਸਤੰਬਰ ਨੂੰ ਖਤਮ ਹੋਣ ਵਾਲੀ ਸੀ। ਸੋਮਵਾਰ ਨੂੰ ਹਵਾਈ ਅੱਡੇ ਨੇ ਇਸ ਨੂੰ ਅਕਤੂਬਰ ਦੇ ਅੰਤ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਨਾਲ ਸਕੂਲਾਂ 'ਚ ਛਿਮਾਹੀ ਛੁੱਟੀਆਂ ਦੇ ਮੌਕੇ ਤੇ ਕੀਤੇ ਜਾਣ ਦੀ ਯੋਜਨਾ ਬਣਾਉਣ ਵਾਲੇ ਪਰਿਵਾਰਾਂ ਤੇ ਅਸਰ ਪਏਗਾ। ਹੀਥਰੋ ਹਵਾਈ ਅੱਡੇ ਤੇ ਮੁੱਖ ਵਪਾਰਕ ਅਧਿਕਾਰੀਆਂ ਗ੍ਰੌਸ ਬਾਰਕਰ ਨੇ ਕਿਹਾ, ਸਾਡੀ ਪਹਿਲੀ ਚਿੰਤਾ ਇਹ ਪੱਕਾ ਕਰਨਾ ਹੈ ਕਿ ਅਸੀਂ ਆਪਣੇ ਮੁਸਾਫਰਾਂ ਨੂੰ ਸਫ਼ਰ ਕਰਦੇ ਸਮੇਂ ਇੱਕ ਵਿਸ਼ਵਾਸਯੋਗ ਸੇਵਾ ਦੇਈਏ। ਅਸੀਂ ਯਾਤਰੀਆਂ ਦੀ ਸੀਮਾ ਤੇ ਲੱਗੀ ਰੋਕ ਨੂੰ ਜਲਦੀ ਹੀ ਹਟਾਉਣਾ ਚਾਹੁੰਦੇ ਹਾਂ, ਪਰ ਇਹ ਉਦੋਂ ਹੋ ਸਕੇਗਾ ਜਦੋਂ ਅਸੀਂ ਸਾਰੇ ਯਾਤਰੀਆਂ ਨੂੰ ਬਿਹਤਰ ਸੇਵਾਵਾਂ ਦੇਣ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਹੋ ਜਾਵਾਂਗੇ। ਕੋਰੋਨਾ ਸੰਕਟ ਦੇ ਦੌਰਾਨ ਇੰਟਰਨੈਸ਼ਨਲ ਫਲਾਈਟਸ ਤੇ ਰੋਕ ਕਰਕੇ ਹਵਾਈ ਅੱਡਾ ਪ੍ਰਸ਼ਾਸਨ ਨੇ ਵੱਡੀ ਗਿਣਤੀ 'ਚ ਮੁਲਾਜ਼ਮਾਂ ਦੀ ਛਾਂਟੀ ਕੀਤੀ ਸੀ। ਹੁਣ ਕੋਰੋਨਾ ਖਤਮ ਹੋਣ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਤਾਂ ਵਧੀ ਹੈ, ਪਰ ਗਰਾਊਂਡ ਹੈਂਡਲਿੰਗ ਤੇ ਹੋਰਨਾਂ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਨਹੀਂ ਵੱਧ ਸਕੀ। ਇਸ ਕਰਕੇ ਯਾਤਰੀਆਂ ਨੂੰ ਚੈੱਕ-ਇਨ ਤੇ ਆਪਣਾ ਸਮਾਨ ਲੈਣ ਲਈ ਲੰਬੀ ਉਡੀਕ ਕਰਨੀ ਪੈਂਦੀ ਹੈ। ਕੁਝ ਮਹੀਨੇ ਪਹਿਲਾਂ ਤਾਂ ਹਵਾਈ ਅੱਡੇ ਤੇ ਯਾਤਰੀਆਂ ਦੇ ਸਮਾਨ ਦੇ ਢੇਰ ਲੱਗ ਗਏ ਸਨ। ਹਾਲਾਤ ਇਹ ਸਨ ਕਿ ਕਿਸੇ ਯਾਤਰੀ ਦਾ ਸਮਾਨ ਕਿਸੇ ਦੂਜੀ ਉਡਾਣ 'ਚ ਲੋਡ ਕੀਤਾ ਜਾ ਰਿਹਾ ਸੀ। ਹੁਣ ਹਾਲਾਤ ਥੋੜੇ ਸੁਧਰੇ ਨੇ, ਪਰ ਪੂਰੀ ਤਰ੍ਹਾਂ ਠੀਕ ਹੱਲੇ ਵੀ ਨਹੀਂ ਹੋ ਸਕੇ। ਦਿੱਲੀ ਹਾਈ ਕੋਰਟ ਨੇ ਘਰੇਲੂ ਉਡਾਣਾਂ 'ਚ ਸਫ਼ਰ ਦੌਰਾਨ ਸਿੱਖਾਂ ਨੂੰ 6 ਇੰਚ ਤੱਕ ਦੀ ਲੰਬਾਈ ਵਾਲੀ ਕਿਰਪਾਨ ਲਿਜਾਣ ਦੀ ਆਗਿਆ ਦੇਣ ਦੇ ਫੈਸਲੇ ਤੇ ਰੋਕ ਲਗਾਉਣ ਲਈ ਅੰਤਰਮ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਸੰਬੰਧ ਵਿੱਚ 4 ਮਾਰਚ 2022 ਦੀ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀ ਇੱਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਚੀਫ ਜਸਟਿਸ ਸਤੀਸ਼ ਚੰਦਰ ਸ਼ਰਮਾ ਅਤੇ ਜਸਟਿਸ ਸੁਬਰਾਮਨੀਅਮ ਪ੍ਰਸਾਦ ਦੇ ਬੈਂਚ ਨੇ ਕਿਹਾ, ਕੋਈ ਰੋਕ ਨਹੀਂ ਹੈ। ਬੈਂਚ ਨੇ ਕੇਂਦਰ ਸਿਵਲ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਤੇ ਹੋਰ ਜਵਾਬਦੇ ਧਿਰਾਂ ਨੂੰ ਪਟੀਸ਼ਨ ਤੇ ਆਪਣਾ ਜਵਾਬ ਦਾਖਲ ਕਰਨ ਨੂੰ ਕਿਹਾ।
ਪਟੀਸ਼ਨ 'ਚ ਕਾਰਜਯੋਗ ਹੱਲ ਦੀ ਜਾਂਚ ਲਈ ਇੱਕ ਕਮੇਟੀ ਦੇ ਗਠਨ ਦੀ ਮੰਗ ਕੀਤੀ ਗਈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਉਡਾਣ ਦੌਰਾਨ ਆਗਿਆ ਦਿੱਤੀ ਗਈ ਕਿਰਪਾਨ ਉਚਿਤ ਰੂਪ ਨਾਲ ਡਿਜ਼ਾਈਨ ਅਤੇ ਤਿਆਰ ਕੀਤੀ ਗਈ ਹੋਵੇ ਅਤੇ ਇਸ ਦੀ ਲੰਬਾਈ 4 ਸੈਂਟੀਮੀਟਰ ਤੋਂ ਵੱਧ ਨਾ ਹੋਵੇ। ਦੱਸਣਯੋਗ ਹੈ ਕਿ 4 ਮਾਰਚ 2022 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ 'ਚ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਸਿੱਖ ਯਾਤਰੀਆਂ ਨੂੰ ਭਾਰਤ 'ਚ ਕਿਸੇ ਵੀ ਨਾਗਰਿਕ ਉਡਾਣ 'ਚ ਸਵਾਰ ਹੋਣ ਸਮੇਂ 6 ਇੰਚ ਤੱਕ ਕਿਰਪਾਨ ਰੱਖਣ ਦੀ ਆਗਿਆ ਹੋਏਗੀ, ਪਰ ਇਸ ਦੀ ਕੁੱਲ ਲੰਬਾਈ 9 ਇੰਚ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 15 ਦਸੰਬਰ ਨੂੰ ਹੋਣੀ ਹੈ। ਇੰਡੀਅਨ ਵਰਲਡ ਫੋਰਮ ਨੇ ਕਿਹਾ ਕਿ ਸਰਕਾਰ ਨੇ ਸ਼ੁੱਕਰਵਾਰ ਨੂੰ 31 ਹੋਰ ਅਫਗਾਨ ਹਿੰਦੂਆਂ ਤੇ ਸਿੱਖਾਂ ਨੂੰ ਵੀਜ਼ਾ ਜਾਰੀ ਕੀਤਾ ਅਤੇ 23 ਹੋਰ ਅਰਜ਼ੀਆਂ ਅਜੇ ਵੀ ਬਕਾਈਆਂ ਨੇ। ਫੋਰਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਫਗਾਨਿਸਤਾਨ 'ਚ 74 ਸਿੱਖਾਂ ਤੇ ਹਿੰਦੂਆਂ ਕੋਲ ਵੈਧ ਵੀਜ਼ਾ ਨੇ ਅਤੇ ਉਹਨਾਂ ਸਾਰਿਆਂ ਨੂੰ ਜਲਦ ਭਾਰਤ ਲਿਆਂਦਾ ਜਾਏਗਾ। ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਚੰਡੋਕ ਨੇ ਕਿਹਾ ਕਿ ਅਫਗਾਨ ਸਿੱਖਾਂ ਤੇ ਹਿੰਦੂਆਂ ਦੀਆਂ ਚਿੰਤਾਵਾਂ ਨੂੰ ਸਮਝਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰਾਲੇ ਦੀ ਸਹਾਇਤਾ ਲਈ ਬਹੁਤ ऋणी ਹਾਂ। ਇਸ ਤੋਂ ਪਹਿਲਾਂ ਜੂਨ ਵਿੱਚ ਕਾਬਲ ਗੁਰਦੁਆਰਾ ਕਰਤੇ ਪ੍ਰਵਾਨ ਤੇ ਅੱਤਵਾਦੀ ਹਮਲੇ ਤੋਂ ਬਾਅਦ 4 ਜਥਿਆਂ 66 ਅਫਗਾਨ ਸਿੱਖਾਂ ਤੇ ਹਿੰਦੂਆਂ ਨੂੰ ਭਾਰਤ ਭੇਜਿਆ ਗਿਆ ਸੀ। ਕੋਰੋਨਾ ਕਾਰਨ ਘਰ ਪਰਤਣ ਲਈ ਮਜਬੂਰ ਹੋਏ 20,000 ਭਾਰਤੀ ਵਿਦਿਆਰਥੀਆਂ ਨੂੰ ਚੀਨ 3 ਸਾਲ ਤੋਂ ਵਾਪਸੀ ਦਾ ਵੀਜ਼ਾ ਨਹੀਂ ਦੇ ਰਿਹਾ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਮਾਰਚ ਮਹੀਨੇ 'ਚ ਹੋਈ ਸਹਿਮਤੀ ਦੇ ਬਾਵਜੂਦ ਚੀਨ ਕਈ ਤਰ੍ਹਾਂ ਦੇ ਅੜਿੱਕੇ ਲਾ ਕੇ ਮਾਮਲੇ ਨੂੰ ਲਟਕਾ ਰਿਹਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਚੀਨ ਦੇ ਆਪਣੇ ਹਮਰੁਤਬਾ ਵਾਂਗ ਈ ਦੀ 25 ਮਾਰਚ ਨੂੰ ਭਾਰਤ ਯਾਤਰਾ ਸਮੇਂ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਦਾ ਮੁੱਦਾ ਚੁੱਕਿਆ ਸੀ। ਵਾਂਗ ਨੇ ਸਹਿਮਤੀ ਦਿੱਤੀ ਸੀ ਕਿ ਵਿਦਿਆਰਥੀਆਂ ਨੂੰ ਪੜਾਅਬੱਧ ਢੰਗ ਨਾਲ ਵਾਪਸ ਸੱਦਿਆ ਜਾਏਗਾ। ਉਸ ਤੋਂ ਬਾਅਦ ਚੀਨ ਨੇ ਭਾਰਤੀ ਐਮਬੈਸੀ ਤੋਂ ਵਿਦਿਆਰਥੀਆਂ ਦੀ ਸੂਚੀ ਮੰਗੀ। ਸੂਚੀ ਮਿਲਣ ਤੋਂ ਬਾਅਦ ਚੀਨ ਨੇ ਉਹਨੂੰ ਇਹ ਕਹਿੰਦੇ ਹੋਏ ਵਾਪਸ ਕੀਤਾ ਕਿ ਇਸ ਵਿੱਚ ਉਹਨਾਂ ਵਿਦਿਆਰਥੀਆਂ ਦੀ ਅਲੱਗ-ਅਲੱਗ ਸੂਚੀ ਦਿੱਤੀ ਜਾਵੇ ਜਿਨ੍ਹਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਭਾਰਤ ਸਰਕਾਰ ਨੇ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਸਾਲ ਵਾਲੇ ਵਿਦਿਆਰਥੀਆਂ ਦੀਆਂ ਅਲੱਗ-ਅਲੱਗ ਸੂਚੀਆਂ ਦਿੱਤੀਆਂ, ਪਰ ਹੁਣ ਚੀਨ ਇਹਨਾਂ ਵਿੱਚੋਂ ਕੇਵਲ 1% ਵਿਦਿਆਰਥੀਆਂ ਦੀ ਵਾਪਸੀ ਲਈ ਰਾਜੀ ਹੋ ਰਿਹਾ। ਭਾਵ ਜੋ ਵਿਦਿਆਰਥੀ 3 ਸਾਲ ਪਹਿਲਾਂ ਚੀਨ ਵਿੱਚ ਪੜ੍ਹਾਈ ਕਰ ਰਹੇ ਸੀ, ਉਹਨਾਂ ਵਿੱਚੋਂ ਕੇਵਲ 1% ਵਿਦਿਆਰਥੀਆਂ ਦੀ ਵਾਪਸੀ ਸੰਭਵ ਹੈ। ਦਰਅਸਲ ਕੋਰੋਨਾ ਫੈਲਣ ਮਗਰੋਂ ਚੀਨ ਨੇ 5 ਲੱਖ ਵਿਦੇਸ਼ੀ ਵਿਦਿਆਰਥੀਆਂ ਦਾ ਵੀਜ਼ਾ ਸਸਪੈਂਡ ਕਰ ਦਿੱਤਾ ਸੀ। ਹੁਣ ਹੋਰ ਮੁਲਕਾਂ ਦੇ ਵਿਦਿਆਰਥੀਆਂ ਨੂੰ ਵਾਪਸ ਲੈ ਲਿਆ, ਪਰ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਨਹੀਂ ਕਰਵਾ ਰਿਹਾ। ਇਸ ਸਾਲ ਯੂਕੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤ ਚੀਨ ਨੂੰ ਪਛਾੜ ਸਕਦਾ ਹੈ। 5 ਸਾਲ ਪਹਿਲਾਂ ਲਗਭਗ 20,000 ਦੀ ਗਿਣਤੀ ਦੇ ਹੇਠਲੇ ਪੱਧਰ ਤੋਂ ਪਿਛਲੇ ਸਾਲ ਭਾਰਤੀ ਵਿਦਿਆਰਥੀਆਂ ਨੂੰ ਬੇਮਿਸਾਲ 1 ਲੱਖ ਵੀਜ਼ਾ ਜਾਰੀ ਕਰਨ ਤੱਕ ਭਾਰਤ ਵਿੱਚ ਮੌਜੂਦ ਬ੍ਰਿਟਿਸ਼ ਹਾਈ ਕਮਿਸ਼ਨਰ ਐਲੈਕਸ ਐਲਿਸ ਨੇ ਇੱਕ ਅਖਬਾਰ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਉਸ ਦਾ ਦੇਸ਼ ਇਸ ਗਿਣਤੀ ਵਿੱਚ ਹੋਰ ਵਾਧਾ ਕਰਨਾ ਚਾਹੇਗਾ। ਬ੍ਰਿਟੇਨ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਭਾਰਤੀ ਵਿਦਿਆਰਥੀਆਂ ਨੂੰ 75 ਹੁਣ ਤੱਕ ਦੀ ਸਭ ਤੋਂ ਉੱਚੀ ਚਾਵਿੰਗ ਸਕਾਲਰਸ਼ਿਪ ਦੀ ਪੇਸ਼ਕਸ਼ ਕਰ ਰਿਹਾ। ਐਲਿਸ ਨੇ ਕਿਹਾ ਕਿ ਅਗਲੇ ਸਾਲ ਤੋਂ ਯੋਜਨਾ ਹੋਰ ਸਪਾਂਸਰਸ ਦੇ ਸ਼ਾਮਲ ਹੋਣ ਦੇ ਨਾਲ ਉੱਚ ਪੱਧਰ ਤੇ ਜਾਣਦੀ ਹੈ। ਦੋਵਾਂ ਦੇਸ਼ਾਂ ਨੇ ਹਾਲ ਹੀ ਵਿੱਚ ਸਿੱਖਿਆ ਸਮੇਤ ਵਿਦਿਅਕ ਯੋਗਤਾਵਾਂ ਦੀ ਆਪਸੀ ਮਾਨਤਾ ਅਤੇ ਸਿਹਤ ਸੰਭਾਲ ਕਰਮਚਾਰੀਆਂ ਲਈ ਇੱਕ ਫਰੇਮਵਰਕ ਸਮਝੌਤੇ ਤੇ ਹਸਤਾਖਰ ਕੀਤੇ ਨੇ। ਹਾਈ ਕਮਿਸ਼ਨਰ ਨੇ ਕਿਹਾ ਕਿ ਇਹ ਸਮਝੌਤਾ ਭਾਰਤੀ ਅਧਿਕਾਰੀਆਂ ਦੁਆਰਾ ਯੂਕੇ ਦੀ ਮਾਸਟਰ ਡਿਗਰੀ ਦੀ ਮਾਨਤਾ ਨੂੰ ਸਮਰੱਥ ਬਣਾਉਂਦਾ ਹੈ। ਜੇਕਰ ਤੁਸੀਂ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਜੇ ਤੁਸੀਂ ਇੱਥੇ PhD ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਹ ਖਾਸ ਤੌਰ ਤੇ ਢੁਕਵਾਂ ਹੈ। ਬਹੁਤ ਸਾਰੇ ਲੋਕ ਪਹਿਲਾਂ ਹੀ ਯੂਕੇ ਅਤੇ ਭਾਰਤ ਵਿਚਕਾਰ ਆਵਾਜਾਈ ਕਰ ਰਹੇ ਨੇ, ਪਰ ਅਸੀਂ ਹੋਰ ਵੀ ਚਾਹੁੰਦੇ ਹਾਂ, ਜਿਸ ਵਿੱਚ ਬ੍ਰਿਟੇਨ ਤੋਂ ਭਾਰਤ ਆਉਣ ਵਾਲੇ ਹੋਰ ਲੋਕ ਵੀ ਸ਼ਾਮਲ ਨੇ। ਜ਼ਰੂਰੀ ਤੌਰ ਤੇ ਅਸੀਂ ਭਾਰਤੀ ਮਾਸਟਰਾਂ ਨੂੰ ਪਛਾਣਾਂਗੇ। ਇਹ ਭਾਰਤ ਦੇ ਲੋਕਾਂ ਦੀ ਮਦਦ ਕਰੇਗਾ ਜੇਕਰ ਉਹ ਯੂਕੇ ਵਿੱਚ ਰੁਜ਼ਗਾਰ ਪ੍ਰਾਪਤ ਕਰਨਾ ਚਾਹੁੰਦੇ ਨੇ। ਇਸ ਲਈ ਇਹ ਦੋਵੇਂ ਤਰੀਕਿਆਂ ਨਾਲ ਕੰਮ ਕਰਦਾ ਹੈ। ਵੀਜ਼ਾ ਮੁੱਦਿਆਂ ਤੇ ਟਿੱਪਣੀ ਕਰਦੇ ਹੋਏ ਐਲਿਸ ਨੇ ਕਿਹਾ ਕਿ ਉਹ ਸਾਲ ਹੋ ਸਕਦਾ ਹੈ ਜਦੋਂ ਯੂਕੇ ਦੇ ਕੈਂਪਸ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਚੀਨੀ ਵਿਦਿਆਰਥੀਆਂ ਨੂੰ ਪਛਾੜ ਦੇਵੇਗੀ। ਅਸੀਂ ਪਿਛਲੇ ਅਕਾਦਮਿਕ ਸਾਲ ਲਗਭਗ 1 ਲੱਖ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਸਨ। ਅਸੀਂ ਪਿਛਲੇ ਸਾਲ ਦੇ ਰਿਕਾਰਡ ਨੂੰ ਪਛਾੜਨ ਦੀ ਉਮੀਦ ਕਰਦੇ ਹਾਂ। ਯੂਕੇ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਅਸੀਂ 4 ਜਾਂ 5 ਸਾਲ ਪਹਿਲਾਂ 20,000 ਤੋਂ ਵੀ ਘੱਟ ਅਤੇ ਹੁਣ 1 ਲੱਖ ਤੱਕ ਹੈ। ਅਸੀਂ ਹੋਰ ਵੀ ਉੱਚਾ ਜਾਣਾ ਚਾਹੁੰਦੇ ਹਾਂ। ਹੋ ਸਕਦਾ ਹੈ ਕਿ ਇਸ ਸਾਲ ਭਾਰਤ ਯੂਕੇ ਆਉਣ ਵਾਲੇ ਵਿਦਿਆਰਥੀਆਂ ਦੇ ਮਾਮਲੇ ਵਿੱਚ ਚੀਨ ਨੂੰ ਪਛਾੜੇ। ਇਸ ਸਮੇਂ ਚੀਨ ਇੰਟਰਨੈਸ਼ਨਲ ਸਟੂਡੈਂਟਸ ਦਾ ਨੰਬਰ 1 ਸਰੋਤ ਹੈ ਅਤੇ ਭਾਰਤ ਦੂਜੇ ਨੰਬਰ ਤੇ ਹੈ। ਹੁਣ ਭਾਰਤੀ ਨਾਗਰਿਕਾਂ ਲਈ ਯੂਕੇ ਵਿੱਚ ਆਉਣਾ ਮੁਕਾਬਲਤਨ ਆਸਾਨ ਹੋ ਗਿਆ ਹੈ। ਨਤੀਜੇ ਵਜੋਂ ਸਾਨੂੰ ਲੱਗਦਾ ਹੈ ਕਿ ਸਾਰੇ ਹੁਨਰਮੰਦ ਵਰਕ ਵੀਜ਼ਾ ਯੂਕੇ ਦੇ ਕੁੱਲ ਵੀਜ਼ੇ ਵਿੱਚ 44% ਭਾਰਤੀ ਨਾਗਰਿਕਾਂ ਨੂੰ ਚਾਹੁੰਦੇ ਨੇ। ਭਾਰਤ ਯੂਕੇ ਮੁਕਤ ਵਪਾਰ ਸਮਝੌਤੇ ਤੇ ਐਲਿਸ ਨੇ ਅਫਗਾਨਿਸਤਾਨ ਅਤੇ ਰੂਸ ਯੂਕਰੇਨ ਦਾ ਯੁੱਧ ਬਸ ਇੱਥੋਂ ਤੱਕ ਜਾਂਦੇ ਹਨ।
ਮਾਸਕੋ ਦੇ ਯੂਕਰੇਨ ਤੇ ਲਵਿਗਰਾਦ ਹਮਲੇ ਦੇ ਨਤੀਜੇ ਵਜੋਂ ਫਿਨਲੈਂਡ ਨੇ ਰੂਸ ਖਿਲਾਫ ਸਖਤ ਕਦਮ ਚੁੱਕਿਆ ਹੈ। ਇਸ ਦੇ ਤਹਿਤ ਫਿਨਲੈਂਡ ਸਤੰਬਰ ਤੋਂ ਰੂਸੀਆ ਨੂੰ ਘੱਟ ਸੈਲਾਨੀ ਵੀਜ਼ੇ ਜਾਰੀ ਕਰੇਗਾ। ਡੀਪੀਏ ਨਿਊਜ਼ ਏਜੰਸੀ ਨੇ ਮੰਗਲਵਾਰ ਨੂੰ ਨਿਸ਼ ਰੇਡੀਓ ਨੂੰ ਵਿਦੇਸ਼ ਮੰਤਰੀ ਪੈਕਾ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਪ੍ਰਵਾਨਿਤ ਅਰਜ਼ੀਆਂ ਦੀ ਗਿਣਤੀ ਨੂੰ ਮੌਜੂਦਾ ਪੱਧਰ ਤੇ 10ਵੇਂ ਹਿੱਸੇ ਤੱਕ ਸੀਮਿਤ ਕਰ ਦਾਂਗੇ। ਰਾਸ਼ਟਰੀ ਪ੍ਰਸਾਰਕ ਯੇਲ ਦੇ ਅਨੁਸਾਰ ਯੂਰੋਪੀਅਨ ਯੂਨੀਅਨ ਦੇਸ਼ ਇੱਕ ਦਿਨ ਵਿੱਚ ਲਗਭਗ 1000 ਰੂਸੀ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਕਰਦਾ ਹੈ। ਹਾਵੀ ਸਰਟੋ ਨੇ ਕਿਹਾ ਕਿ ਇਸ ਦੇ ਨਾਲ ਹੀ ਅਸੀਂ ਲੋਕਾਂ ਲਈ ਕੰਮ ਕਰਨ, ਅਧਿਐਨ ਕਰਨ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਫਿਨਲੈਂਡ ਆਉਣ ਆਸਾਨ ਬਣਾਉਣਾ ਚਾਹੁੰਦੇ ਹਾਂ। ਇਸ ਲਈ ਉਹਨਾਂ ਲਈ ਹੱਲ ਹੋਣਾ ਚਾਹੀਦਾ ਹੈ ਜਿਨ੍ਹਾਂ ਕੋਲ ਫਿਨਲੈਂਡ ਆਉਣ ਦਾ ਕਾਰਨ ਹੈ ਪਰ ਆਮ ਟੂਰਿਸਟ ਵੀਜ਼ਾ ਪ੍ਰਾਪਤ ਕਰਨਾ ਔਖਾ ਹੋਣਾ ਚਾਹੀਦਾ ਹੈ। ਫਿਨਲੈਂਡ ਜੋ ਰੂਸ ਦੀ ਸਰਹੱਦ ਨਾਲ ਲੱਗਦਾ ਹੈ ਅਤੇ ਯੁੱਧ ਦੇ ਕਾਰਨ ਨਾਟੋ ਵਿੱਚ ਸ਼ਾਮਲ ਹੋ ਰਿਹਾ, ਜਿੰਨਾ ਸੰਭਵ ਹੋ ਸਕੇ ਵੱਧ ਤੋਂ ਵੱਧ ਯੂਕਰੇਨੀ ਸ਼ਰਨਾਰਥੀਆਂ ਦਾ ਸਵਾਗਤ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਇਸ ਦੇ ਸਿਖਰ ਤੇ ਰੂਸੀ ਸੈਲਾਨੀਆਂ ਦੀ ਗਿਣਤੀ ਨੇ ਬੇਚੈਨੀ ਪੈਦਾ ਕੀਤੀ ਹੈ। ਸਿਵਲ ਐਵੀਏਸ਼ਨ ਅਥਾਰਟੀ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਪਾਕਿਸਤਾਨ ਸਰਕਾਰ ਨੇ ਵਿੱਤੀ ਐਕਸ਼ਨ ਟਾਸਕ ਫੋਰਸ ਦੀ ਸ਼ਰਤ ਨੂੰ ਪੂਰਾ ਕਰਨ ਅਤੇ ਮਨੀ ਲਾਂਡਰਿੰਗ ਨੂੰ ਰੋਕਣ ਲਈ ਸਾਰੇ ਇੰਟਰਨੈਸ਼ਨਲ ਪੈਸੇਂਜਰਸ ਯਾਨੀ ਕਿ ਅੰਤਰਰਾਸ਼ਟਰੀ ਯਾਤਰੀਆਂ ਦੁਆਰਾ ਕਰੰਸੀ ਡਿਕਲੇਰੇਸ਼ਨ ਮਤਲਬ ਮੁਦਰਾ ਦੀ ਘੋਸ਼ਣਾ ਕਰਨਾ ਲਾਜ਼ਮੀ ਕਰ ਦਿੱਤਾ ਹੈ। FATF ਟੀਮ ਅਗਲੇ ਮਹੀਨੇ ਪਾਕਿਸਤਾਨ ਆਏਗੀ। ਦ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਦੇ ਅਨੁਸਾਰ ਇਹ ਨੋਟੀਫਿਕੇਸ਼ਨ ਉਦੋਂ ਆਈ ਹੈ ਜਦੋਂ FATF ਦੀ ਟੀਮ ਦੇ ਅਗਲੇ ਮਹੀਨੇ ਪਾਕਿਸਤਾਨ ਵਿੱਚ ਇਸਲਾਮਾਬਾਦ ਵੱਲੋਂ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੀ ਪੁਸ਼ਟੀ ਕਰਨ ਲਈ ਔਨ ਸਾਈਟ ਦੌਰੇ ਤੇ ਆਉਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਕਿ ਇੱਕ ਸਫਲ ਔਨ ਸਾਈਟ ਫੇਰੀ ਪਾਕਿਸਤਾਨ ਲਈ FATF ਦੀ ਟੀਮ ਦੀ ਗ੍ਰੀਨ ਸੂਚੀ ਤੋਂ ਬਾਹਰ ਹੋਣ ਦਾ ਰਾਹ ਪੱਧਰਾ ਕਰੇਗੀ। CAA ਨੇ ਫੈਡਰਲ ਬੋਰਡ ਆਫ ਰੈਵਨਿਊ ਦੇ ਨਿਰਦੇਸ਼ਾਂ ਦੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਯਾਤਰੀਆਂ ਨੂੰ ਇੱਕ ਘੋਸ਼ਣਾ ਫਾਰਮ ਭਰਨਾ ਹੋਏਗਾ ਤੇ ਫਿਰ ਇਸ ਨੂੰ 에ਅਰਲਾਈਨਜ਼ ਸਟਾਫ ਨੂੰ ਸੌਂਪਣਾ ਹੋਏਗਾ। ਇਸ ਮੈਨੀਫੈਸਟੋ ਵਿੱਚ ਘਰੇਲੂ ਅਤੇ ਵਿਦੇਸ਼ੀ ਮੁਦਰਾ ਦੇ ਵੇਰਵੇ ਹੋਣਗੇ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਇੰਟਰਨੈਸ਼ਨਲ ਪੈਸੇਂਜਰ ਘੋਸ਼ਣਾ ਪੱਤਰ ਜਮ੍ਹਾਂ ਕੀਤੇ ਬਿਨਾਂ ਹਵਾਈ ਅੱਡੇ ਤੋਂ ਬਾਹਰ ਨਹੀਂ ਜਾ ਸਕੇਗਾ, ਉਸ ਨੂੰ ਘੋਸ਼ਣਾ ਪੱਤਰ ਭਰਨਾ ਹੀ ਪਏਗਾ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਫਲਾਈਟ ਲਈ ਚੈੱਕ ਇਨ ਕਰਨ ਤੋਂ ਪਹਿਲਾਂ ਕਸਟਮ ਸਟਾਫ ਨੂੰ ਇੱਕ ਕਰੰਸੀ ਘੋਸ਼ਣਾ ਫਾਰਮ ਜਮ੍ਹਾਂ ਕਰਵਾਉਣਾ ਹੋਏਗਾ। ਅਥਾਰਟੀ ਨੇ ਨਿਰਦੇਸ਼ਨ ਜਾਰੀ ਕੀਤੇ ਸਨ ਕਿ ਕਰੰਸੀ ਘੋਸ਼ਣਾ ਫਾਰਮ 에ਅਰਲਾਈਨਸ ਦੇ ਬੁਕਿੰਗ ਦਫ਼ਤਰਾਂ ਤੇ ਉਪਲਬਧ ਕਰਵਾਏ ਜਾਣ। ਦਾ ਐਕਸਪ੍ਰੈਸ ਟ੍ਰਿਬਿਊਨ ਦੇ ਅਨੁਸਾਰ ਨੋਟੀਫਿਕੇਸ਼ਨ ਵਿੱਚ ਅੱਗੇ ਕਿਹਾ ਗਿਆ ਕਿ ਘਰੇਲੂ ਅਤੇ ਵਿਦੇਸ਼ੀ 에ਅਰਲਾਈਨਸ ਪਾਇਲਟਸ ਅਤੇ ਕਰਮਚਾਰੀਆਂ ਨੂੰ ਕਸਟਮ ਘੋਸ਼ਣਾ ਪੱਤਰ ਦੇ ਪ੍ਰਬੰਧਾਂ ਅਤੇ ਵੇਰਵਿਆਂ ਬਾਰੇ ਸੂਚਿਤ ਕੀਤਾ ਗਿਆ ਹੈ। ਇਹ ਸਨ ਇਸ ਹਫਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ। ਅਗਲੇ ਹਫਤੇ ਫਿਰ ਤੋਂ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV ਤੇ ਸਾਡਾ YouTube ਚੈਨਲ ਜੋ ਕਿ ਹੈ ਪੰਜਾਬ ਮੇਲ USA TV ਦੇ ਨਾਮ ਦੇ ਨਾਲ ਕਰ ਦਿਓ ਸਬਸਕ੍ਰਾਈਬ। ਸਤਿ ਸ਼੍ਰੀ ਅਕਾਲ।